साडा हसदा वसदा परिवार सी। इन्हां पुलिस मुलाजमां ने एक झूठा पुलिस मुकाबला बना के साडा परिवार मार दिता। कद्दू कच्छ वो गर्म करके लाउंदे रहे, तेल पाउंदे रहे, लुक पाउंदे रहे, बुरा हालत की फाड़ दिता रेगना पा के संगली लकड़े जिंदे ने मेरी माता नूं फा दिता। आ गल दे विच खुंडियां खुबियां होईयां सी उन्हां दी। औरतां किन्नियां सी? औरतां चार जी औरतां। सत्तां जीआं नूं लिया के इस घर दे विच ही गोली मारी। लुक तत्ती करके तेल गर्म कर करके इस घर दे विच ही सारा अत्याचार कीता। इस जगह ते फिर सारे परिवार नूं इकट्ठियां करके गोली मारी। ये घटना जिहड़ी होई है जी बर्दाश्त तो बाहर सीगी जी। ना जी देख देख के रोण आउंदा सीगा जी। सरबत दा भला मंगण वाला पंजाब 47 तो बाद चुप हो गया। ये चुप 80वियां च जाके टुटी। पंजाब अपने हक्कां लई उच्ची आवाज़ च बोलण लगा। ਜਦੋਂ तक हर सिख दे पुत्र दे हिरदे विच बजुर्ग दे माता दे बीबियां दे ये गल कर नहीं कर जांदी कि असीं गुलाम हां, जिन्नियां मर्जी टारा मार लईए, जिन्नियां मर्जी गल्लां कर लईए, नहीं राज मिलना ते ना गुलामी गलों लैनी है। इस आवाज़ नूं चुप कराउण लई चढ़िया 84 सन 1984 घल्लू घारियां नाल लद्दिया होया वरा। इंडियन फौज ने दरबार साहब श्री अमृतसर साहब विखे वैशी हमला बोल दिता। अगों करारा जवाब मिलण ते फौज दी वहशत होर प्रचंड हो गई। इन्हां ने दरबार साहब दियां परिकरमा अते सरोवर लहू लुहान कर दिते। मासूमां नूं तड़फा तड़फा मारिया, बीबियां दी पत्त लुट्टी, गुरबाणी दियां पोथियां नूं अगन भेंट कीता। ਇਹ ਹਮਲਾ ਹਰੇਕ ਸਿੱਖ ਦੇ ਮਨ ਉੱਤੇ ਅਮਿਟ ਤੇ ਗਹਿਰਾ ਜ਼ਖਮ ਦੇ ਗਿਆ। ਇਹ ਭਿਆਨਕ ਹਮਲਾ ਸਿੱਖ ਮਾਨਸਿਕਤਾ ਅੰਦਰ ਨਾਸੂਰ ਬਣ ਗਿਆ। ਭਾਰਤੀ ਹਕੂਮਤ ਦਾ ਇਹ ਜ਼ੁਲਮ ਮੀਰ ਮਨੂ ਜ਼ਕਰੀਆ ਖਾਨ ਨੂੰ ਵੀ ਮਾਤ ਪਾ ਗਿਆ, ਪਰ ਸਿੱਖਾਂ ਨੇ ਵੀ ਜ਼ਾਲਿਮ ਦੀ ਈਨ ਨਾ ਮੰਨੀ, ਮੌਤ ਨੂੰ ਕਬੂਲ ਲਿਆ। ਫਿਰ ਕੀ ਸੀ? ਅਣਖੀ ਸਿੰਘਾਂ ਨੌਜਵਾਨਾਂ ਦਾ ਖੂਨ ਖੌਲਿਆ। सिख नौजवान अपने माण मत्ते पुरातन इतिहास दियां पैड़ां ते शहादतां राहीं पहरा दिंदे कुर्बानियां दे राह ते काफले बन चल पए। इन्हां काफलियां नूं जिन्हां घरां परिवारां ने ठारां दित्तियां, पंजाब पुलिस ने उन्हां घरां नूं खंडर बना दिता। ਇਹ हौलनाक कहानी ਜ਼ਿਲ੍ਹਾ ਫਿਰੋਜ਼ਪੁਰ ਚ ਪੈਂਦੇ ਪਿੰਡ ਕਿਲੀ ਬੋਦਲਾਂ ਦੇ ਇੱਕ ਐਸੇ ਹੀ ਘਰ ਪਰਿਵਾਰ ਦੀ ਹੈ। ਜਿਹੜਾ ਪਿਛਲਾ ਪਿੰਡ ਕਿੱਥੋਂ ਆਏ ਸੀ ਉੱਜੜ ਕੇ ਜਦੋਂ ਵੰਡ ਹੋਈ ਆ? ਜਿਹੜਾ ਲਾਹੌਰ ਪਿੰਡ ਔਲਖੋ। ਕਿੰਨੇ ਪਰਿਵਾਰ ਦੇ ਮੈਂਬਰ ਸੀ ਉਦੋਂ? ਇਹ ਦੋ ਹੀ ਗਿਣੋ ਜੇ ਤੁਸੀਂ ਭਈ ਜੇ ਬੰਦਿਆਂ ਚੋਂ ਗਿਣਨਾ। ਇਹ ਤਾਂ ਮਗਰੋਂ ਜਿਹੜਾ ਸਮਾਂ ਆਇਆ ਇੱਥੇ ਸੰਭਲੇ ਸੀ, ਇਹਨਾਂ ਨੂੰ ਵਕਤ ਪੈ ਗਿਆ। ਆ ਜਿਹੜਾ ਕੀ ਹੋਇਆ ਤੁਹਾਨੂੰ ਪੂਰਾ ਜ਼ਿਆਦਾ ਇਸ ਵੇਲੇ? ਹਾਂਜੀ, ਜਿਹੜੇ ਪਰਿਵਾਰ ਨੂੰ ਸ਼ਹੀਦ ਕਰਤਾ, ਸਾਰੇ ਪਰਿਵਾਰ ਨੂੰ ਮਾਰਤਾ, ਉਹ ਜ਼ਿਆਦਾ ਤੁਹਾਡੇ? ਹਾਂਜੀ। ਕੀ ਹੋਇਆ? ਕੀ ਆ?
ਸਿੱਖ ਕੌਮ ਜਦੋਂ ਦੀ ਪੈਦਾ ਹੋਈ ਹੈ ਉਦੋਂ ਦੀ ਹੀ ਉਹ ਸੰਘਰਸ਼ ਕਰਦੇ ਆ ਰਹੇ ਨੇ। ਨਤਾਣੇ ਲੋਕਾਂ ਦੇ ਹੱਕ ਦੇ ਵਿੱਚ, ਨਿਮਾਣਿਆਂ ਦੇ ਹੱਕ ਦੇ ਵਿੱਚ ਵੱਡੇ ਵੱਡੇ ਜੁਰਮਾਨਿਆਂ ਦੇ ਨਾਲ ਸਿੱਖ ਕੌਮ ਨੇ, ਜਰਨੈਲਾਂ ਨੇ, ਗੁਰੂ ਸਾਹਿਬਾਨਾਂ ਨੇ, ਸਿੱਖ ਕੌਮ ਦੇ ਸੇਵਾਦਾਰਾਂ ਨੇ ਸੰਘਰਸ਼ ਕੀਤੇ ਆ ਉਹਨਾਂ ਲੋਕਾਂ ਦੇ ਹੱਕਾਂ ਦੇ ਵਾਸਤੇ। ਇਸੇ ਤਰੀਕੇ ਦੇ ਨਾਲ ਹੁਣ 1980 ਤੋਂ ਬਾਅਦ 90 ਦੇ ਵਿੱਚ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇੱਕ ਇੱਦਾਂ ਦਾ ਪੰਜਾਬ ਦੀ ਧਰਤੀ 'ਤੇ ਸੰਘਰਸ਼ ਚੱਲਿਆ ਜਿਹਦੇ ਵਿੱਚ ਹਿੰਦੁਸਤਾਨ ਨੇ ਬਿਲਕੁਲ ਉਸੇ ਤਰ੍ਹਾਂ ਦਾ ਤਸ਼ੱਦਦ ਢਾਇਆ ਜਿੱਦਾਂ ਦੇ ਪੁਰਾਣੇ 18ਵੀਂ ਸਦੀ ਦੇ ਵਿੱਚ ਮੀਰ ਮਨੂੰ ਨੇ ਸਿੱਖ ਕੌਮ ਦੇ ਉੱਤੇ ਤਸ਼ੱਦਦ ਕੀਤਾ ਹੈ। ਪਿਛਲੇ ਸਮੇਂ 'ਚ ਦਰਬਾਰ ਸਾਹਿਬ ਸਾਕੇ ਤੋਂ ਬਾਅਦ ਬਿਲਕੁਲ ਹਿੰਦੁਸਤਾਨ ਦੀ ਸਰਕਾਰ ਨੇ ਉਸੇ ਤਰੀਕੇ ਦੇ ਨਾਲ ਸਿੱਖ ਕੌਮ ਦੇ ਉੱਤੇ ਤਸ਼ੱਦਦ ਕੀਤਾ। ਇੱਕ 1991 ਦੇ ਵਿੱਚ ਕਿੱਲੀ ਬੋਦਲਾਂ ਕਾਂਡ ਪਿੰਡ ਕਿੱਲੀ ਬੋਦਲਾਂ ਦੇ ਵਿੱਚ ਵਾਪਰਿਆ, ਜਿਸ ਦੇ ਵਿੱਚ ਇੱਕੋ ਪਰਿਵਾਰ ਦੇ 7 ਜੀਅ ਹੈ ਜਿਹੜੇ ਉਹ 91 ਦੇ ਵਿੱਚ ਅਕਤੂਬਰ ਦੇ ਮਹੀਨੇ ਦੇ ਵਿੱਚ ਪੰਜਾਬ ਪੁਲਿਸ, ਸੈਂਟਰਲ ਰਿਜ਼ਰਵ ਪੁਲਿਸ ਅਤੇ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਉਹਨਾਂ ਨੂੰ ਇੱਕ ਮੁਕਾਬਲਾ ਦੱਸ ਕੇ ਰਾਤ ਦੇ ਸਮੇਂ ਦੇ ਵਿੱਚ ਸ਼ਹੀਦ ਕਰ ਦਿੱਤਾ। ਉਸ ਕਾਂਡ ਦੇ ਵਿੱਚ ਉਹਦੀ ਸੱਚਾਈ ਹੈ ਜੋ ਉਹ ਇਹ ਹੈ ਕਿ ਉਹ ਕੁਝ ਖਾੜਕੂ ਉਹਨਾਂ ਦੇ ਨਾਲ ਦੇ ਘਰ ਦੇ ਵਿੱਚ ਆਏ ਹੋਏ ਠਹਿਰੇ ਸੀਗੇ। ਪੁਲਿਸ ਨੂੰ ਇਸ ਗੱਲ ਦੀ ਇਨਫੋਰਮੇਸ਼ਨ ਮਿਲੀ ਔਰ ਪੁਲਿਸ ਨੇ ਰੇਡ ਕੀਤਾ, ਗੋਲੀ ਚੱਲੀ, ਜਿਸ ਦੇ ਵਿੱਚ ਇੱਕ ਇੰਸਪੈਕਟਰ, ਇੱਕ ਸਬ ਇੰਸਪੈਕਟਰ ਅਤੇ ਇੱਕ ਸਿਪਾਹੀ ਹੈ ਜਿਹੜਾ ਉਹ ਮਾਰਿਆ ਗਿਆ। ਔਰ ਖਾੜਕੂ ਆ ਜਿਹੜੇ ਉਹ ਇਸ ਮੁਕਾਬਲੇ ਤੋਂ ਬਾਅਦ ਉਹਨਾਂ ਦੇ ਹਥਿਆਰ ਲੈ ਕੇ ਵੀ ਫਰਾਰ ਹੋ ਗਏ। ਔਰ ਉਸ ਤੋਂ ਬਾਅਦ ਉੱਥੇ ਫਿਰ ਪੁਲਿਸ ਆਈ, CRPF ਪਹੁੰਚੀ, ਚੱਪੇ ਚੱਪੇ 'ਤੇ ਪੁਲਿਸ ਨੇ ਮਤਲਬ ਉਸ ਘਰ ਨੂੰ ਘੇਰਿਆ ਔਰ ਅਤੇ ਉਸ ਘਰ ਦੇ ਵਿੱਚ ਉਹਨਾਂ ਨੇ ਬਿਨਾਂ ਦੇਖਿਆ ਹੀ ਉੱਥੇ ਬੰਬ ਚਲਾਏ, ਉਹਨਾਂ ਦੇ ਗ੍ਰਨੇਡ ਚਲਾਏ, ਉਹਨਾਂ ਦੇ ਘਰ ਦੇ ਜਿਹੜੇ ਉੱਤੇ ਛੱਤਾਂ ਸੀਗੀਆਂ ਉਹਨਾਂ ਨੂੰ ਤਬਾਹ ਕੀਤਾ। ਅਤੇ ਉਹਨਾਂ ਦੇ ਨਾਲ ਦੇ ਘਰ ਦੇ ਵਿੱਚ ਜਿਹੜੇ 2 ਪਰਿਵਾਰ ਸੀਗਾ ਉਹਦੇ 7 ਜੀਜ਼, 2 ਨੌਜਵਾਨ ਲੜਕੇ, ਇੱਕ ਤਾਇਆ ਜੀ ਉਹਨਾਂ ਬੱਚਿਆਂ ਦੇ, ਇੱਕ ਔਰ 2 ਇੱਕ ਮਾਤਾ ਉਹਨਾਂ ਦੀ ਔਰ ਇੱਕ ਦਾਦੀ ਉਹਨਾਂ ਦੀ ਔਰ 2 ਛੋਟੇ ਬੱਚੇ, ਇੱਕ 3 ਸਾਲ ਦੀ ਲੜਕੀ ਨੂੰ ਅਤੇ ਇੱਕ 1.5 ਸਾਲ ਦੇ ਬੱਚੇ ਨੂੰ ਗੋਲੀਆਂ ਲੱਗੀਆਂ। ਔਰ ਰਾਤ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਉਸ ਪਰਿਵਾਰ ਦੇ ਉੱਤੇ ਤਸ਼ੱਦਦ ਢਾਇਆ, ਕੱਦੂਕਸ ਦੇ ਨਾਲ ਜੋ ਆਮ ਆਪਾਂ ਘਰਾਂ ਦੇ ਵਿੱਚ ਕੱਦੂਕਸ ਕਰਨ ਦੇ ਲਈ ਵਰਤਦੇ ਹਾਂ, ਉਹਦੇ ਨਾਲ ਉਹਨਾਂ ਦਾ ਸਰੀਰ ਕੱਦੂਕਸ ਕੀਤਾ ਗਿਆ ਔਰ ਉਹਦੇ ਉੱਤੇ ਲੁੱਕ ਗਰਮ ਕਰਕੇ ਪਗਲਾ ਕੇ ਪਾਈ ਗਈ। ਇਹ ਜਿਹੜਾ ਜ਼ੁਲਮ ਹੈ ਇਹ 18ਵੀਂ ਸਦੀ ਦੇ ਵਿੱਚ ਹੋਏ ਜ਼ੁਲਮ ਦੀਆਂ ਜੋ ਦਾਸਤਾਨ ਹੈ, ਮਤਲਬ ਬਿਲਕੁਲ ਉਸੇ ਤਰੀਕੇ ਦੇ ਨਾਲ ਇਹ ਹੋਇਆ ਜ਼ੁਲਮ ਹੈ। ਮੇਰਾ ਨਾਂ ਜਸਵੀਰ ਕੌਰ ਹੈ, ਜੋ ਕਿ ਮੇਰਾ ਸ਼ੋਕੜ ਜਿਹੜਾ ਸਾਡਾ ਉਹ ਪਾਕਿਸਤਾਨ ਨਾਲੇ ਮੇਰਾ ਦਾਦਾ ਜੀ ਜਿਹੜਾ ਸੀ ਉਹ ਪਾਕਿਸਤਾਨ ਨੂੰ ਆਏ ਨੇ। ਪਾਕਿਸਤਾਨ ਦੇ ਵਿੱਚ ਨਾ ਲਾਹੌਰ 'ਚ ਹੈਗਾ ਹੈ ਔਲਖ ਪਿੰਡ, ਔਲਖ ਤਾੜ ਹੈ, ਜੋ ਕਿ ਮੇਰਾ ਦਾਦਾ ਮਲੂਕ ਸਿੰਘ ਹੈ। ਉੱਥੋਂ ਪਾਕਿਸਤਾਨੋਂ ਜਦੋਂ 47 ਦੇ ਵਿੱਚ ਇੱਧਰ ਆਏ ਨੇ ਪਿੰਡ ਕਿਲੀ ਬੋਤਲਾ ਦੇ ਵਿੱਚ। ਮੇਰਾ ਜੀ ਜੀਤ ਸਿੰਘ ਜਿਹੜਾ ਤਾਇਆ ਜੀ ਸੀ ਉਹ ਖੇਤੀਬਾੜੀ ਇੰਸਪੈਕਟਰ ਸੀ ਅਤੇ ਬਾਕੀ ਪਰਿਵਾਰ ਜਿਹੜਾ ਸੀ ਖੇਤੀਬਾੜੀ ਕਰਦਾ ਸੀ। ਮੇਰਾ ਬਾਪ ਵੀ ਪਹਿਲਾਂ ਦਾਦਾ ਜੀ ਖੇਤੀਬਾੜੀ ਕਰਦੇ ਸੀ, ਮੁੜ ਕੇ ਮੇਰਾ ਬਾਪ ਖੇਤੀਬਾੜੀ ਕਰਦਾ ਰਿਹਾ ਅਤੇ ਮੇਰਾ ਭਰਾ ਜਿਹੜਾ ਸੀ ਉਹ 9ਵੀਂ 'ਚੋਂ ਪੜ੍ਹਨੋਂ ਹਟ ਕੇ ਮੇਰੇ ਬਾਪ ਨੂੰ ਸੱਟ ਲੱਗ ਗਈ ਸੀ। ਅਤੇ ਉਸ ਤੋਂ ਬਾਅਦ ਮੇਰਾ ਜਿਹੜਾ ਵੱਡਾ ਭਾਈ ਸਾਹਿਬ ਸੀ ਉਹ ਖੇਤੀਬਾੜੀ ਕਰਦਾ ਸੀ, ਜਿਹੜਾ ਛੋਟਾ ਸੀ ਉਹ ਪੜ੍ਹਦਾ ਸੀ 10ਵੀਂ 'ਚ। ਹੋਰ ਲੱਖਾਂ ਉਜਾੜੇ ਦੇ ਮਾਰਿਆਂ ਵਾਂਗ ਇਹ ਪਰਿਵਾਰ ਵੀ ਉਜੜ ਕੇ ਦੁਬਾਰਾ ਵਸਣ ਦੇ ਆਹਰ ਵਿੱਚ ਲੱਗ ਗਿਆ। ਪਲਾਂ 'ਚ ਉਜੜਿਆਂ ਨੂੰ ਦੁਬਾਰਾ ਵਸਣ 'ਚ ਸਾਲਾਂ ਲੱਗ ਗਏ ਤੇ ਫਿਰ 1991 ਦੇ ਇੱਕੋ ਦਿਨ 'ਚ ਇਹ ਘਰ ਨਹੀਂ ਸੀ ਰਿਹਾ, ਕਤਲਗਾਹ ਬਣ ਗਿਆ। ਮੇਰੀ ਉਮਰ ਜੀ ਉਸ ਟਾਈਮ 'ਤੇ 18 ਸਾਲ ਸੀ। ਅਸੀਂ ਨਾਨਕਸਰ ਗਏ ਸੀ, ਜਗਰਾਵਾਂ ਦੇ ਕੋਲ ਜਿਹੜਾ ਨਾਨਕਸਰ ਹੈ ਉੱਥੇ ਬਾਬੇ ਦੀ ਬਰਸੀ 'ਤੇ ਗਏ ਸੀ, ਮੈਂ ਅਤੇ ਮੇਰਾ ਦਾਦਾ ਮਲੂਕ ਸਿੰਘ। ਜਦੋਂ ਪਿੰਡ ਦੇ ਵਿੱਚ ਆਏ ਅਸੀਂ ਘੇਰਾ ਪਿਆ ਵੇਖਿਆ। ਅਸੀਂ ਘਰ ਤੋਂ 2-2.5 ਕਿੱਲੇ ਦੂਰ ਸੀ। ਉੱਥੇ ਅਸੀਂ
ਇਹ ਕੱਚਾ ਮਕਾਨ ਸੀ, ਉੱਥੇ ਨਾਲ ਬਹਿ ਗਏ। ਜਦੋਂ ਅਸੀਂ ਪੁਲਿਸ ਦਾ ਘੇਰਾ ਪਿਆ ਘਰ ਨੂੰ ਵੇਖਿਆ, ਮੈਂ ਤੇ ਮੇਰਾ ਦਾਦਾ ਜੀ, ਇਹ ਮੇਰਾ ਬਾਪ ਵੀ ਚਲਾ ਗਿਆ ਉੱਥੋਂ। ਫਿਰ ਦਲਬੀਰ ਸਿੰਘ, ਅਸੀਂ ਉੱਥੇ ਕਮਰੇ ਦੇ ਨਾਲ ਬੈਠੇ ਰਹੇ ਹਾਂ ਜਦੋਂ ਇੱਕਦਮ ਗੋਲੀ ਚੱਲੀ ਏ। ਪਹਿਲਾਂ ਅਸੀਂ ਪੁਲਿਸ ਵੇਖੀ, 2 ਗੱਡੀਆਂ ਪੁਲਿਸ ਦੀਆਂ ਆਈਆਂ ਨੇ ਜਦੋਂ, ਤੇ ਘਰ ਨੂੰ ਭੱਜੀ ਆਉਂਦੀ ਪੁਲਿਸ ਵੇਖੀ ਏ, ਤੇ ਅਸੀਂ ਬਾਅਦ ਦੇ ਵਿੱਚ ਉੱਥੇ ਮਕਾਨ ਦੇ ਕੋਲ ਹੀ ਖੜੇ ਰਹੇ ਹਾਂ। ਫਿਰ ਜਦੋਂ ਉਹਨਾਂ ਨੇ ਬੂਹੇ ਦੇ ਅੱਗੇ ਆਏ ਨੇ ਤੇ ਇੱਕਦਮ ਗੋਲੀ ਚੱਲੀ ਏ। ਜਦੋਂ ਗੋਲੀ ਚੱਲੀ ਉਦੋਂ ਕੁਛ ਮੁਲਾਜ਼ਮ ਜਿਹੜੇ ਸੀ, 2 ਮੁਲਾਜ਼ਮ ਜਰਨੈਲ ਸਿੰਘ ਤੇ ਬਲਕਾਰ ਸਿੰਘ ਮਾਰੇ ਗਏ ਨੇ। ਦੂਜੇ ਪੁਲਿਸ ਵਾਲੇ ਜਿਹੜੇ ਵੀ ਉਹ ਕੰਧਾਂ ਦੇ ਨਾਲ ਲੱਗ ਗਏ ਨੇ। ਉਸ ਤੋਂ ਪਿੱਛੋਂ ਫਿਰ ਖਾੜਕੂ ਜਿਹੜੇ ਅਸੀਂ ਭੱਜੇ ਜਾਂਦੇ ਵੇਖੇ ਨੇ। ਇੱਕ ਖਾੜਕੂ ਉਹਨਾਂ ਦੇ ਹਥਿਆਰ ਲਾ ਕੇ ਗਿਆ, ਪੁਲਿਸ ਤੇ ਲੈ ਗਿਆ। ਇੱਕ ਦੂਜੇ ਜਿਹੜੇ ਖਾੜਕੂ ਨੇ ਉਹ ਸਾਈਡ ਵਾਲੀ ਕੰਧ ਟੱਪ ਗਏ ਨੇ। ਫਿਰ ਸਾਨੂੰ ਜਦੋਂ ਅਸੀਂ ਉੱਥੋਂ ਹਨੇਰਾ ਹੋ ਗਿਆ ਤੇ ਅਸੀਂ ਘਰ ਨੂੰ ਕਿਸੇ ਦੇ ਘਰੇ ਆ ਗਏ, ਕੁੰਦਨ ਸਿੰਘ ਦੇ। ਜੋ ਕੁੰਦਨ ਸਿੰਘ ਦੇ ਘਰੇ ਆਏ ਆ ਤੇ ਫਿਰ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਸਾਡੇ ਕਮਰੇ 'ਚ ਬੰਦ ਕੀਤਾ ਸੀ। ਦਲਬੀਰ ਸਿੰਘ ਦੇ ਘਰੇ ਸਾਰੇ ਪਰਿਵਾਰ ਨੂੰ ਇਕੱਠੇ ਕਰਕੇ ਤੇ ਇੱਕ ਕਮਰੇ 'ਚ ਬੰਦ ਕਰ ਲਿਆ। ਫਿਰ ਜਦੋਂ DSP ਸ਼ਰਮਾ ਆਇਆ, ਉਹਨੇ ਸਾਰੇ ਪਰਿਵਾਰ ਨੂੰ ਬਾਹਰ ਕੱਢ ਕੇ ਤੇ ਕੁੱਟਮਾਰ ਕਰਦਾ ਰਿਹਾ, ਗਲਤ ਭਾਸ਼ਾ ਬੋਲਦਾ ਰਿਹਾ। ਫਿਰ ਮੇਰੇ ਦੋਵੇਂ ਭਾਈ ਸਾਹਿਬ ਜਿਹੜੇ ਸੀ ਉਹਨਾਂ ਨੂੰ ਕੁੱਟਦਿਆਂ ਨੂੰ ਕਰ ਲਿਆ ਇਹਨੇ, ਮੈਂ ਆਪਦੀਆਂ ਅੱਖਾਂ ਨਾਲ ਵੇਖਿਆ। ਫਿਰ ਇਹਦੇ ਜੀਤ ਸਿੰਘ ਦੇ ਘਰ ਆਏ ਨੇ। ਜੀਤ ਸਿੰਘ ਦੇ ਘਰ ਬੈਠੇ ਸੀ ਖਾੜਕੂ, ਰੋਟੀ ਖਾਂਦੇ ਸੀ ਇਸ ਘਰ ਦੇ ਵਿੱਚ। ਤੇ ਇੱਧਰੋਂ ਮੁੜ ਕੇ ਫਿਰ ਜਦੋਂ ਇਸ ਘਰ 'ਚ ਲੈ ਗਏ, ਮੁੜ ਕੇ ਬਾਅਦ 'ਚ ਸਾਡੀਆਂ 4 ਜਨਾਨੀਆਂ ਸੀ, ਉਹਨਾਂ ਨੂੰ ਲੈ ਕੇ ਆਏ ਨੇ। ਲਿਆ ਕੇ ਫਿਰ ਵੀਰ ਜੀ ਉਹਨਾਂ ਨੇ ਬਹੁਤ ਅਤਿਆਚਾਰ ਕੀਤਾ, ਬਹੁਤ ਜ਼ਿਆਦਾ। ਲੁੱਕ ਪਾਈ ਏ ਹੱਥਾਂ 'ਤੇ। ਫਿਰ ਉਹਨਾਂ ਨੇ ਤੇਲ ਪਾ ਪਾ ਕੇ ਡੀਜ਼ਲ ਉਹਨਾਂ ਨੇ ਅੱਗ ਲਾਈ ਏ। ਫਿਰ ਕੱਦੂਕਸ਼ ਮਾਰਦੇ ਰਹੇ ਨੇ। ਫਿਰ ਜੀ ਮੇਰੀ ਮਾਤਾ ਨੂੰ, ਜਸਵਿੰਦਰ ਕੌਰ ਨੂੰ ਦਰਖਤ ਨਾਲ ਬੰਨ੍ਹ ਕੇ ਤੇ ਫਿਰ ਫਾਹ ਦਿੱਤਾ ਇਸ ਸੰਗਲ ਦੇ ਨਾਲ। ਜੋ ਅਸੀਂ ਘੁੰਡੀਆਂ ਜਿਹੜੀਆਂ ਨੇ ਉਹ ਅਸੀਂ ਗਲ ਦੇ ਵਿੱਚ ਫਸੀਆਂ ਵੇਖੀਆਂ ਨੇ। ਆਹ ਗਲ ਦੇ ਵਿੱਚ ਘੁੰਡੀਆਂ ਖੁੱਭੀਆਂ ਹੋਈਆਂ ਸੀ ਉਹਨਾਂ ਦੇ। ਉਹਨਾਂ ਦੇ ਹੱਥ ਪੈਰ ਵੀ ਸਾਰੇ ਜਿਹੜੇ ਸੀ ਉਹ ਝੜੇ ਹੋਏ ਸੀ, ਜਿਹੜਾ ਉਹਨਾਂ ਨੇ ਤੇਲ ਪਾਉਂਦੇ ਰਹੇ ਜਾਂ ਲੁੱਕ ਪਾਉਂਦੇ ਰਹੇ। ਜਿਹੜਾ ਮੇਰਾ ਭਾਈ ਸਾਹਿਬ ਸੀ ਉਹਦੇ ਚਿਹਰੇ 'ਤੇ ਕੱਦੂਕਸ਼ ਮਾਰਦੇ ਰਹੇ, ਜਿਹੜਾ ਅਸੀਂ ਕੱਦੂਕਸ਼ ਦੇ ਵਿੱਚ ਮਾਸ ਫਸਿਆ ਹੋਇਆ ਉਸ ਟਾਈਮ 'ਤੇ ਆਣ ਕੇ ਵੇਖਿਆ। ਫਿਰ ਮੇਰਾ ਜਿਹੜਾ ਛੋਟਾ ਭਾਈ ਸਾਹਿਬ ਸੀ ਰਾਜਵਿੰਦਰ ਸਿੰਘ, ਉਹਨਾਂ ਦੀਆਂ ਲੱਤਾਂ ਬਾਹਾਂ ਵੀ ਤੋੜੀਆਂ ਸੀ। ਮੇਰੇ ਤਾਏ 'ਤੇ ਟਰੈਕਟਰ ਚੜਾਉਂਦੇ ਰਹੇ ਨੇ। ਇੰਨਾ ਜ਼ਿਆਦਾ ਉਹਨਾਂ ਨੇ ਭੰਨ ਤੋੜ ਉਹਨਾਂ ਦੇ ਸਰੀਰ ਦੀ ਕੀਤੀ ਸੀ ਵੀ ਇੰਨਾ ਕੁੱਟਮਾਰ ਕਰਕੇ ਫਿਰ ਉਹਨਾਂ ਨੇ ਅੱਗਾਂ ਲਾ ਕੇ ਫਿਰ ਉਹਨਾਂ ਨੇ ਕੋਈ ਕਸਰ ਨਹੀਂ ਵੀਰ ਜੀ ਛੱਡੀ, ਕੋਈ ਵੀ ਕਸਰ ਛੱਡੀ ਹੋਵੇ। ਜੀਤ ਸਿੰਘ ਦੇ ਘਰੇ ਲਿਆ ਕੇ ਫਿਰ ਉਹਨਾਂ ਨੇ ਗੋਲੀਆਂ ਮਾਰੀਆਂ ਸਾਰੇ ਪਰਿਵਾਰ ਨੂੰ। ਇੱਧਰ ਹੀ ਉਹ ਅਤਿਆਚਾਰ ਜੋ ਕਰਦੇ ਰਹੇ ਨੇ, ਇੱਧਰ ਹੀ ਲੁੱਕ ਪਾਉਂਦੇ ਰਹੇ ਨੇ ਜੀਤ ਸਿੰਘ ਦੇ ਘਰ 'ਚ ਹੀ। ਜੀਤ ਸਿੰਘ ਦੇ ਘਰ ਦੇ ਵਿੱਚ ਹੀ ਉਹਨਾਂ ਨੇ ਫਿਰ ਗੋਲੀਆਂ ਮਾਰ ਕੇ ਸਾਰੇ ਪਰਿਵਾਰ ਨੂੰ 7:15 ਵਜੇ ਖਤਮ ਕੀਤਾ। ਕਿੰਨੇ ਪਰਿਵਾਰ ਦੇ ਮੈਂਬਰਾਂ ਨੂੰ ਖਤਮ ਕੀਤਾ ਜੀ? 7 ਨੇ। ਔਰਤਾਂ ਕਿੰਨੀਆਂ ਸੀ? ਔਰਤਾਂ 4 ਜੀ ਔਰਤਾਂ। ਪੁਲਿਸ ਦਾ ਇਹ ਤਸ਼ੱਦਦ ਸਿਰਫ ਪਰਿਵਾਰ ਦੇ ਵੱਡੇ ਮੈਂਬਰਾਂ ਤੱਕ ਹੀ ਮਹਿਦੂਦ ਨਹੀਂ ਰਿਹਾ, ਬਲਕਿ ਨਿੱਕੇ ਮਾਸੂਮ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਜਿਹੜਾ ਮੇਰਾ ਭਤੀਜੀ ਸੀ ਉਹ ਤਾਂ 3 ਸਾਲ ਦੀ ਸੀ, ਰਵਿੰਦਰ ਕੌਰ। ਤੇ ਜਿਹੜਾ ਰਵਿੰਦਰਪਾਲ ਸਿੰਘ ਸੀ ਉਹਨੂੰ ਦੂਜਾ ਗੋਲੀ ਲੱਗ ਗਈ ਸੀ। ਆਪਦੀ ਮਾਂ ਦੇ ਕੁੱਛੜ ਸੀ, 1.5 ਸਾਲ ਦਾ ਸੀ। ਉਹਦੀ ਬਾਂਹ ਵੀ ਸੜੀ ਹੋਈ ਹੈ ਤੇ ਉਹਦੇ ਮੱਥੇ 'ਚ ਗੋਲੀ ਵੱਜ ਗਈ ਸੀ। ਜਿਹੜੀ ਕੁੜੀ ਸੀ ਉਹਨਾਂ ਨੂੰ ਤਾਂ ਤਾਏ ਦੀ ਪੋਤੀ ਸੀ, ਉਹਨੂੰ ਤਾਂ ਲੈ ਗਏ ਮਹੂ ਥਾਣੇ ਲੈ ਗਏ। ਤੇ ਜਿਹੜਾ ਬੱਚਾ ਸੀ ਰਵਿੰਦਰਪਾਲ ਸਿੰਘ ਸੀ ਉਹਨੂੰ ਲੈ ਗਏ ਲਾਸ਼ਾਂ ਦੇ ਵਿੱਚ ਸੁੱਟ ਕੇ, ਜੋ 7:15 ਵਜੇ ਖਤਮ ਕੀਤਾ ਸਾਰਾ ਪਰਿਵਾਰ ਮਾਰ ਕੇ। ਤੇ ਉਦੋਂ ਬਾਅਦ ਦੇ ਵਿੱਚ ਫਿਰ ਜੀਰੇ ਲੈ ਗਏ। ਜੀਰੇ ਉਹ ਬੱਚੇ ਨੂੰ ਵੀ ਫਿਰ ਵਿੱਚੇ ਲਾਸ਼ਾਂ ਦੇ ਹੀ ਸੁੱਟ ਕੇ ਲੈ ਗਏ।
ਉੱਥੇ ਫਿਰ ਡੀਐਸਪੀ ਸ਼ਰਮਾ ਆਂਦਾ ਸੀ ਵੀ ਇਹਨੂੰ ਵੀ ਠੁੱਡਾ ਮਾਰੋ ਤੇ ਇਹਨੂੰ ਵੀ ਮਾਰ ਦਿਓ, ਜੋ ਵਿੱਚ ਸਾਖਦਾ ਸੀ ਮੁੰਡਾ। ਉੱਥੋਂ ਫਿਰ ਕੋਈ ਹੋਮਗਾਰਡ ਗਿਆ ਸੀ, ਉਹ ਗਨਮੈਨ ਸੀ ਬੈਂਕ ਦੇ ਵਿੱਚ, ਉਹ ਲੈ ਗਿਆ, ਉਹਨੇ ਲਿਜਾ ਕੇ ਫਰੀਦਕੋਟ ਦਾਖਲ ਕਰਾਤਾ ਤੇ ਉਹ ਬੱਚਾ ਬਚ ਗਿਆ। ਮਾਸੂਮ ਬੱਚਿਆਂ ਤੋਂ ਬਾਅਦ ਪੁਲਿਸ ਦੀ ਨਿਗਾਹ ਘਰ 'ਚ ਬੰਨੇ ਬੇਜ਼ੁਬਾਨ ਪਸ਼ੂਆਂ ਤੇ ਜਾ ਪਈ ਤੇ ਇਹਨਾਂ ਆਪਣੀਆਂ ਬੰਦੂਕਾਂ ਦੇ ਮੂੰਹ ਉਧਰ ਨੂੰ ਕਰ ਦਿੱਤੇ। ਪਸ਼ੂਆਂ ਦੇ ਵੀ ਗੋਲੀਆਂ ਵੱਜੀਆਂ ਸੀ, ਜਿਹੜੇ ਮੇਰੇ ਤਾਏ ਜੀ ਦੇ ਹੀ ਪਸ਼ੂ ਸੀ ਉਹਨਾਂ ਨੂੰ ਸਾਰਿਆਂ ਨੂੰ ਗੋਲੀਆਂ ਵੱਜੀਆਂ ਸੀ। ਇੱਕ ਗਾਂ ਨੂੰ ਵੱਜੀਆਂ ਸੀ, ਇੱਕ ਮੱਝ ਨੂੰ ਵੱਜੀਆਂ ਹੋਈਆਂ ਸੀ, ਉਹਨਾਂ ਨੂੰ ਗੋਲੀਆਂ ਵੱਜੀਆਂ ਹੋਈਆਂ ਸੀ। ਜੋ ਫੜਨਾ ਹੀ ਨਹੀਂ, ਜਦੋਂ ਆਪਦੇ ਪਰਿਵਾਰ ਵੇਖਿਆ ਸਾਰਾ ਬੈਠਾ ਤੇ ਉਦੋਂ ਫਿਰ ਮੈਂ ਫੜਨਾ ਹੀ, ਉਹ ਪਸ਼ੂਆਂ ਨੂੰ ਫੜਨ ਆਈ ਸੀ ਜਦੋਂ ਦੂਜਾ ਉੱਥੋਂ ਕੁੰਦਨ ਸਿੰਘ ਦੇ ਘਰੋਂ, ਤੇ ਫਿਰ ਮੈਂ ਉੱਥੇ ਖਲੋਤੀ ਸਾਰਾ ਕੁਝ ਵੇਂਦੀ ਰਹੀ। ਫਿਰ ਬਹਾਦਰ ਪੰਜਾਬ ਪੁਲਿਸ ਨੇ ਆਪਣੀ ਬਹਾਦਰੀ ਨੂੰ ਕਲਮਬੱਧ ਕਰਦਿਆਂ ਨਿਰਦੋਸ਼ ਪਰਿਵਾਰ, ਮਾਸੂਮ ਬੱਚਿਆਂ ਤੇ ਬੇਜ਼ੁਬਾਨ ਪਸ਼ੂਆਂ ਨਾਲ ਚੱਲੇ ਮੁਕਾਬਲੇ ਨੂੰ ਖਾੜਕੂਆਂ ਨਾਲ ਚੱਲਿਆ ਜ਼ਬਰਦਸਤ ਮੁਕਾਬਲਾ ਬਿਆਨਿਆ। ਖਾੜਕੂਆਂ ਨੇ ਤੇ ਇੱਕੋ ਹੀ ਬਰੈਸਟ ਮਾਰਿਆ, ਉਹ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਫਿਰ ਜਦੋਂ ਪਰਿਵਾਰ ਮਾਰਨ ਤੋਂ ਪਹਿਲਾਂ ਕੋਠਿਆਂ ਤੇ ਬੰਬ ਸੁੱਟੇ ਨੇ 3। ਉਸ ਤੋਂ ਬਾਅਦ ਫਿਰ ਉਹ ਬਾਅਦ 'ਚ ਗੋਲੀਆਂ ਪੁਲਿਸ ਚਲਾਉਂਦੀ ਰਹੀ, ਉਹਨਾਂ ਨੇ 4 ਘੰਟੇ ਦਾ ਮੁਕਾਬਲਾ ਬਣਾਇਆ। ਮੁਕਾਬਲਾ ਤਾਂ 15 ਮਿੰਟ ਵੀ ਨਹੀਂ ਹੋਇਆ ਛੱਡ ਕੇ, ਇੱਕੋ ਬਰੈਸਟ ਚੱਲਿਆ। ਜਿਹੜੇ ਪੁਲਿਸ ਮੁਲਾਜ਼ਮ ਮਾਰੇ ਗਏ ਨੇ ਉਦੋਂ ਬਾਅਦ ਦੇ ਵਿੱਚ ਤਾਂ ਗੋਲੀ ਚੱਲੀ ਨਹੀਂ ਗਈ, ਖਾੜਕੂ ਤੋਂ ਭੱਜ ਗਏ। ਤੇ ਉਹ ਤਾਂ ਫਿਰ ਬਾਅਦ ਦੇ ਵਿੱਚ ਜਦੋਂ 7:15 ਵਜੇ ਪਰਿਵਾਰ ਨੂੰ ਗੋਲੀਆਂ ਮਾਰੀਆਂ ਨੇ, ਉਦੋਂ ਫਿਰ ਪੁਲਿਸ ਵਾਲਿਆਂ ਪਹਿਲਾਂ ਬੰਬ ਸੁੱਟੇ ਨੇ ਕੋਠਿਆਂ ਤੇ, ਅਜੀਤ ਸਿੰਘ ਦੇ ਕੋਠਿਆਂ ਤੇ ਸੁੱਟੇ ਨੇ। ਉਸ ਤੋਂ ਬਾਅਦ ਫਿਰ ਉਹਨਾਂ ਨੇ ਗੋਲੀਆਂ ਵੀ ਉਹਨਾਂ ਨੇ ਪੁਲਿਸ ਵਾਲਿਆਂ ਚਲਾਈਆਂ ਨੇ, ਉਹਨਾਂ ਨੇ ਖਾੜਕੂਆਂ ਤੇ ਕੋਈ ਗੋਲੀ ਚਲਾਈ ਨਹੀਂ। ਖਾੜਕੂਆਂ ਤੇ ਇੱਕੋ ਬਰੈਸਟ ਮਾਰਿਆ ਜਦੋਂ ਪੁਲਿਸ ਵਾਲੇ ਮਾਰੇ ਗਏ। ਰਾਤ ਨੂੰ ਫਿਰ ਆਣ ਕੇ ਸ਼ਰਾਬਾਂ ਵੀ ਪੀਂਦੇ ਰਹੇ ਪੁਲਿਸ ਵਾਲੇ। ਫਿਰ ਇੱਥੇ ਮੀਟ ਵੀ ਖਾਧਾ, ਜੋ ਕਿ ਅਸੀਂ ਕਦੇ ਸ਼ਰਾਬ ਮੀਟ ਘਰ ਦੇ ਵਿੱਚ ਵੜਨ ਵੀ ਨਹੀਂ ਸੀ ਦਿੱਤਾ। ਇੰਨਾ ਜ਼ਿਆਦਾ ਉਹਨਾਂ ਨੇ ਇੱਥੇ ਆਪਦਾ ਗਲਤ ਕੰਮ ਕਰਦੇ ਰਹੇ ਨੇ। ਸਾਰੇ ਪਰਿਵਾਰ ਦਾ ਲਹੂ ਪੀ ਕੇ ਵੀ ਪੁਲਿਸ ਦੀ ਪਿਆਸ ਹਾਲੇ ਨਹੀਂ ਸੀ ਬੁਝੀ। ਇੱਧਰੋਂ ਵਿਹਲੇ ਹੋ ਕੇ ਪੁਲਿਸ ਵਾਲੇ ਬਾਕੀ ਬਚਿਆਂ ਜੀਆਂ ਨੂੰ ਪਿੰਡ ਵਿੱਚੋਂ ਲੱਭਣ ਤੁਰ ਪਏ। ਜਦੋਂ ਸਾਨੂੰ 6 ਵਜੇ ਜਾ ਕੇ ਕੁੰਦਨ ਸਿੰਘ ਦੇ ਘਰੋਂ ਫੜਿਆ ਪੁਲਿਸ ਨੇ, ਤੇ ਉਦੋਂ ਮੈਨੂੰ ਤੇ ਮੇਰੇ ਦਾਦੇ ਜੀ ਨੂੰ ਜਾ ਕੇ ਉਹਨਾਂ ਮਲੂਕ ਸਿੰਘ ਨੂੰ ਆਖਿਆ ਵੀ ਜਿਹੜੇ ਨਾਨਕਸਰੋਂ ਕੁੜੀ ਤੇ ਬਜ਼ੁਰਗ ਆਏ ਨੇ, ਉੱਠ ਕੇ ਖੜੇ ਹੋ ਜਾਓ। ਅਸੀਂ ਸਾਈਡ 'ਤੇ ਹੋ ਗਏ ਹਾਂ। ਫਿਰ ਉਹਨਾਂ ਸਾਨੂੰ ਆਖਿਆ ਵੀ ਮੇਰੇ ਦਾਦੇ ਜੀ ਨੂੰ ਆਂਦੇ ਨੇ ਮਲੂਕ ਸਿੰਘ ਨੂੰ ਵੀ ਮੈਂ ਸਾਰਾ ਪਰਿਵਾਰ ਤੇਰਾ ਮਾਰ ਦਿੱਤਾ ਤੇ ਉੱਠੋ, ਤੁਹਾਨੂੰ ਵੀ ਗੋਲੀ ਮਾਰਨੀ। ਅਸੀਂ ਫਿਰ ਉੱਠ ਕੇ ਖੜੇ ਹੋ ਗਏ। ਮੇਰਾ ਦਾਦਾ ਜੀ ਆਂਦਾ ਵੀ ਚਲਾ ਦੇ ਗੋਲੀ, ਜੇ ਮੇਰਾ ਪਰਿਵਾਰ ਮਾਰਤਾ ਮੈਨੂੰ ਵੀ ਮਾਰ ਦੇ। ਤੇ ਉਸ ਤੋਂ ਬਾਅਦ ਫਿਰ ਉਹ ਸਾਨੂੰ ਮਾਰਿਆ ਤਾਂ ਨਹੀਂ, ਤੇ ਉਹਨਾਂ ਨੇ ਵੀ ਬੜੀ ਗਲਤ ਭਾਸ਼ਾ ਨਾਲ ਉਹ ਗੱਲ ਸਾਡੇ ਨਾਲ ਕਰਦਾ ਰਿਹਾ ਡੀਐਸਪੀ ਸ਼ਰਮਾ। ਤੇ ਫਿਰ ਬਾਅਦ ਦੇ ਵਿੱਚ ਸਾਨੂੰ 8 ਵਜੇ ਫਿਰ ਉੱਥੋਂ ਥਾਣੇ ਲੈ ਗਏ। ਗੱਲ ਕੱਲੀ ਤਸ਼ੱਦਦ ਤੇ ਕਤਲਾਂ ਤੇ ਹੀ ਨਹੀਂ ਸੀ ਰੁਕੀ। ਪੁਲਿਸ ਨੇ ਆਪਣੇ ਵਹਿਸ਼ੀਪੁਣੇ ਨੂੰ ਜਾਰੀ ਰੱਖਦੇ ਹੋਏ ਲਾਸ਼ਾਂ ਨਾਲ ਵੀ ਬੇਇਨਸਾਫੀ ਕੀਤੀ। ਲਾਸ਼ਾਂ ਦੇ ਜੀ ਪੋਸਟਮਾਰਟਮ ਤਾਂ ਕੀਤੇ ਉਹਨਾਂ ਨੇ ਜੀਰੇ ਹਸਪਤਾਲ ਦੇ ਵਿੱਚ, ਤੇ ਉਸ ਦੇ ਵਿੱਚ ਨਾ ਤਾਂ ਕਿਸੇ ਪਰਿਵਾਰ ਦੇ ਮੈਂਬਰ ਦੀ ਉਮਰ ਲਿਖੀ ਹੋਈ ਏ, ਨਾ ਉਹਨਾਂ ਨੇ ਜੋ ਅਤਿਆਚਾਰ ਕੀਤਾ, ਨਾ ਉਹਨਾਂ ਨੇ ਉਹ ਕਿਸੇ ਦੇ 2 ਗੋਲੀਆਂ ਵਿਖਾਈਆਂ ਨੇ ਉਹ ਸ਼ੋਅ ਕੀਤੀਆਂ ਨੇ, ਕਿਸੇ ਦੇ ਉਹਨਾਂ ਨੇ 1 ਗੋਲੀ ਸ਼ੋਅ ਕੀਤੀ ਹੋਈ ਹੈ, ਕਿਸੇ ਦੇ ਕੋਈ ਸੱਟ ਨਹੀਂ ਉਹਨਾਂ ਨੇ ਕੀ ਲਿਖਿਆ ਹੋਇਆ ਵੀ ਇਹਨੂੰ ਆ ਇੱਥੇ ਸੱਟ ਲੱਗੀ ਹੋਈ ਹੈ। ਉਹ ਸਾਰਾ ਕੁਛ ਹੀ ਜੋ ਉਹਨਾਂ ਨੇ ਸਾਰਾ ਕੁਛ ਹੀ ਝੂਠਾ ਲਿਖਿਆ ਆ। ਜੋ ਵੀ ਅਤਿਆਚਾਰ ਕੀਤਾ ਉਹ ਉਹਨਾਂ ਨੇ ਉਹਦੇ ਵਿੱਚ ਲਿਖਿਆ ਹੀ ਨਹੀਂ ਗਾ, ਨਾ ਉਹਨਾਂ ਨੇ ਪਿੰਡ ਲਿਖਿਆ ਹੁੰਦਾ, ਜਿਹੜੀਆਂ ਲੱਤਾਂ ਬਾਹੀਂ ਤੋੜੀਆਂ ਜਾਂ ਕੁਛ ਵੀ ਕੀਤਾ ਉਹਨਾਂ ਨੇ ਕੁਛ ਨਹੀਂ ਲਿਖਿਆ ਆ। ਉਹ ਇਹਨਾਂ ਨੇ ਫਿਰ ਜਦੋਂ ਇੰਨੀ ਮੰਦੀ ਹਾਲਤ ਕੀਤੀ ਹੋਈ ਸੀ ਤੇ ਉਹਨਾਂ ਨੇ ਉੱਥੇ ਜੀਰੇ ਸ਼ਮਸ਼ਾਨ ਘਾਟ ਦੇ ਵਿੱਚ ਆਂਦੇ ਸੀ ਵੀ ਅਸੀਂ ਸੰਸਕਾਰ ਕਰ ਦੇਣਾ। ਉਹ ਤਾਂ ਫਿਰ ਸਾਡਾ ਕੋਈ ਪਿੰਡ ਦਾ ਜਿਹੜਾ ਸਰਪੰਚ ਸੀ ਉਸ ਟਾਈਮ 'ਤੇ ਮੌਜੂਦਾ, ਉਹਨੇ ਫਿਰ ਆਪਦਾ ਕੋਈ ਪ੍ਰੈਸ਼ਰ ਪਾ ਕੇ ਤੇ ਉਹਨੇ ਫਿਰ ਆਖਿਆ ਵੀ ਨਹੀਂ ਲਾਸ਼ਾਂ ਅਸੀਂ ਪਿੰਡ ਦੇ ਵਿੱਚ ਲਿਜਾਵਾਂਗੇ। ਫਿਰ ਸਾਨੂੰ ਲੈ ਗਏ ਸੀ, ਮੇਰੇ ਤੇ ਦਾਦੇ ਜੀ ਨੂੰ ਤੇ ਮੈਨੂੰ ਲੈ ਗਏ ਸੀ, ਫੜ ਕੇ ਲੈ ਗਏ ਸੀ ਪੁਲਿਸ ਕੁੰਦਨ ਸਿੰਘ ਦੇ ਘਰੋਂ। ਤੇ ਉਸ ਤੋਂ ਬਾਅਦ ਸਾਨੂੰ ਵੀ ਮਹੂ ਥਾਣਿਓਂ ਜਦੋਂ ਕੁੜੀ ਦੇ ਦਿੱਤੀ ਹੈ ਤੇ ਉਦੋਂ ਸਾਨੂੰ ਜੀਰੇ ਲੈ ਗਏ ਆ। ਜੀਰੇ ਸ਼ਮਸ਼ਾਨ ਘਾਟ ਦੇ ਵਿੱਚ ਲਾਸ਼ਾਂ ਪਈਆਂ ਸੀ, ਉੱਥੇ ਸਾਨੂੰ ਲੈ ਕੇ ਗਏ। ਤੇ ਫਿਰ ਉਹ ਸਰਪੰਚ ਨੇ ਆਖਿਆ ਵੀ ਨਹੀਂ ਇਹ ਮੈਂ ਲਾਸ਼ਾਂ ਦੇ ਸੰਸਕਾਰ ਅਸੀਂ ਪਿੰਡ ਲਿਜਾ ਕੇ ਕਰਾਂਗੇ। ਫਿਰ ਸਾਡੇ ਪਿੰਡ ਦੇ ਲੋਕਾਂ ਨੂੰ ਆਖਿਆ ਵੀ ਲਾਸ਼ਾਂ ਲੈ ਆਓ। 2 ਵਜੇ ਲਾਸ਼ਾਂ ਸਾਨੂੰ ਉਹਨਾਂ ਨੇ ਦੇ ਦਿੱਤੀਆਂ ਸੀ ਤੇ 3 ਦੇ ਤਕਰੀਬਨ ਅਸੀਂ ਲਾਸ਼ਾਂ ਇੱਥੇ ਘਰੇ ਲੈ ਕੇ ਆ ਗਏ ਸੀ। ਤੇ ਮੈਂ ਤਾਂ ਚਾਹੁੰਦੀ ਸੀ
ਇੱਥੇ ਆਪਦੀ ਜ਼ਮੀਨ ਦੇ ਵਿੱਚ ਆਂਦੀ ਸੀ ਸੰਸਕਾਰ ਕਰੀਏ, ਤੇ ਫਿਰ ਆਂਦੇ ਸੀ ਵੀ ਪਿੰਡ ਦੇ ਲੋਕਾਂ ਨੇ ਵੀ ਸਿਵਿਆਂ ਦੇ ਵਿੱਚ ਲੱਕੜਾਂ ਲੈ ਗਏ ਨੇ ਤੇ ਉੱਥੇ ਸੰਸਕਾਰ ਕਰਨਾ। ਫਿਰ ਅਸੀਂ ਸੰਸਕਾਰ ਇੱਥੇ ਪਿੰਡ ਦੇ ਵਿੱਚ ਸਿਵਿਆਂ 'ਚ ਕੀਤਾ ਹੈ। ਤੇ ਉਹਨਾਂ ਨੇ ਫਿਰ ਵੀਰ ਜੀ ਸੰਸਕਾਰ ਤਾਂ ਅਸੀਂ ਆਪਦੇ ਹੱਥੀਂ ਕੀਤਾ ਹੋਇਆ। ਤੇ ਮੈਂ ਲਾਸ਼ਾਂ ਕੱਲੀਆਂ ਕੱਲੀਆਂ ਫਿਰ ਆਣ ਕੇ ਇੱਥੇ ਪਿੰਡ ਦੇ ਵਿੱਚ ਜਦੋਂ ਵੇਖੀਆਂ ਨੇ, ਫਿਰ ਬਹੁਤ ਮੰਦੀ ਹਾਲਤ ਸੀ ਉਸ ਟਾਈਮ ਤੇ। ਤਾਂ ਉਸ ਦਿਨ ਜੀ ਜਿਹੜਾ ਵੀ ਜਦੋਂ ਘਟਨਾ ਇਹ ਵਾਪਰੀ ਏ 7/10/91 ਵਾਲੇ ਦਿਨ, ਉਸ ਦਿਨ ਸਾਡੇ ਪਿੰਡ ਦੇ ਵਿੱਚ ਕਿਸੇ ਨੇ ਰੋਟੀ ਨਹੀਂ ਸੀ ਪਕਾਈ। ਲੋਕਾਂ ਨੇ ਆਪਦੇ ਬੱਚੇ ਭੁੱਖੇ ਸਵਾਏ ਆ। ਇੰਨਾ ਜ਼ਿਆਦਾ ਮਹਿਸੂਸ ਕੀਤਾ ਵੀ ਬਹੁਤ ਜ਼ਿਆਦਾ। ਮੇਰੇ ਭਰਾ ਦੇ ਆਉਣ ਤੋਂ ਬਾਅਦ 8 ਦਿਨ ਸਕੂਲ ਨਹੀਂ ਸੀ ਲੱਗਾ। ਭੋਗ ਪਏ ਤੋਂ ਬਾਅਦ ਉਹਨਾਂ ਨੇ ਸਕੂਲ ਲਾਇਆ ਸੀ। ਇਹਨਾਂ ਸਭ ਕਰਕੇ ਵੀ ਪੁਲਸੀਆਂ ਦਾ ਮਨ ਅਜੇ ਨਹੀਂ ਸੀ ਭਰਿਆ। ਭੋਗ ਵਾਲੇ ਦਿਨ ਵੀ ਪੁਲਿਸ ਪਰਿਵਾਰ ਨੂੰ ਧਮਕੀਆਂ ਦਿੰਦੀ ਰਹੀ। ਉਹ ਜੀ ਥਾਣੇਦਾਰ ਸੀ ਨਗੌਰ ਸਿੰਘ। ਉਹ ਜਦੋਂ ਭੋਗ ਪੈਣ ਤੋਂ ਪਹਿਲਾਂ ਪੁਲਿਸ ਆ ਗਈ ਏ, ਉਹਨਾਂ ਨੇ ਆਣ ਕੇ ਤੇ ਜਿਹੜਾ ਸਮਾਨ ਸੀ ਵੀ ਜਿਹਦੇ 'ਚ ਲੁੱਕ ਤੱਤੀ ਕਰਦੇ ਰਹੇ, ਜਿਹੜੇ ਪਤੀਲੇ ਦੇ ਵਿੱਚ ਜਿਹੜੇ ਉਹ ਕੱਦੂ ਕੱਚ ਸੀ ਜਾਂ ਜਿਹੜਾ ਜੋ ਵੀ ਸਮਾਨ ਸੀ ਉਸ ਟਾਈਮ 'ਤੇ, ਉਹ ਆਣ ਕੇ ਜੁੱਤੀ ਸਮੇਤ ਆਣ ਕੇ ਗੁਰੂ ਗ੍ਰੰਥ ਸਾਹਿਬ ਨੂੰ ਸਾਹਮਣੇ ਆਣ ਕੇ ਤੇ ਉਹ ਆਣ ਕੇ ਸਮਾਨ ਚੁੱਕ ਚੁੱਕ ਕੇ ਤੇ ਪਸ਼ੂਆਂ ਵਾਲੇ ਬਰਾਂਡੇ ਦੇ ਵਿੱਚ ਲੁਕਾਉਂਦਾ ਰਿਹਾ। ਤੇ ਫਿਰ ਸਾਡੇ ਰਿਸ਼ਤੇਦਾਰਾਂ ਨੇ ਰੌਲਾ ਪਾਇਆ ਵੀ ਉਹ ਆਂਦਾ ਸੀ ਵੀ ਨਾ ਤਾਂ ਸਪੀਕਰ ਲਾ ਕੇ ਮੈਂ ਭੋਗ ਪਾਉਣ ਦੇਣਾ ਤੇ ਨਾ ਇਹਨਾਂ ਦੇ ਘਰ ਕੋਈ ਬਾਹਰੋਂ ਰਿਸ਼ਤੇਦਾਰ ਆਉਣ ਦੇਣਾ, ਵੀ ਇਹਨਾਂ ਦੇ ਘਰ ਦੇ ਮੈਂਬਰ ਭੋਗ ਪਾਉਣ ਤੇ ਭੋਗ ਪਵਾ ਕੇ ਗੁਰੂ ਗ੍ਰੰਥ ਸਾਹਿਬ ਲੈ ਜਾਣਾ। ਤੇ ਫਿਰ ਸਾਡੇ ਬੰਦਿਆਂ ਦੇ ਕੋਈ ਜ਼ੋਰ ਪਾਉਣ ਤੇ ਫਿਰ ਉਹਨਾਂ ਨੇ ਆਖਿਆ ਵੀ ਚਲੋ ਤੁਸੀਂ ਸਪੀਕਰ ਲਾ ਕੇ ਤੇ ਭੋਗ ਪਵਾ ਲਓ। ਤੇ ਫਿਰ ਸਾਡੇ ਰਿਸ਼ਤੇਦਾਰ ਵੀ ਆਉਣ ਦਿੱਤੇ ਤੇ ਉਹਨਾਂ ਆਖਿਆ ਵੀ ਕਿਸੇ ਨੂੰ ਅਸੀਂ ਇੱਥੇ ਬੋਲਣ ਨਹੀਂ ਦੇਣਾ। ਵੀ ਬਹੁਤ ਗਲਤ ਭਾਸ਼ਾ ਨਾਲ ਉਸ ਦਿਨ ਵੀ ਸਾਡੇ ਨਾਲ ਗੱਲਬਾਤ ਕਰਦੇ ਰਹੇ। ਉਸ ਟਾਈਮ 'ਤੇ ਜੀ ਕਿਸਾਨ ਯੂਨੀਅਨ ਦੇ ਸੀ, ਡੋਗਰ ਸਿੰਘ ਸੀ, ਫਿਰ ਬੂਟਾ ਸਿੰਘ ਸੀ, ਫਿਰ ਜਰਨੈਲ ਸਿੰਘ ਸੀ। ਇਹ ਸੀ ਕਿਸਾਨ ਯੂਨੀਅਨ ਦੇ ਹੀ ਫੈਡਰੇਸ਼ਨ ਦੇ ਬੰਦੇ ਸੀ। ਫਿਰ ਬਾਬਾ ਜੋਗਿੰਦਰ ਸਿੰਘ ਆਇਆ ਸੀ, ਬਾਬਾ ਠਾਕਰ ਸਿੰਘ ਆਇਆ ਸੀ, ਹੋਰ ਵੀ ਬਹੁਤ ਸੀ। ਫਿਰ ਸਿਮਰਨਜੀਤ ਸਿੰਘ ਮਾਨ ਦੇ ਬੰਦੇ ਸੀ। ਸਰਕਾਰ ਆਖਦੀ ਹੈ ਕਿ ਅਸੀਂ ਨਿਰਦੋਸ਼ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਹੈ, ਪਰ ਇਹ ਪਰਿਵਾਰ ਆਪਣੇ ਨਾਲ ਹੋਈ ਬੇਇਨਸਾਫੀ ਦਾ ਮੁਆਵਜ਼ਾ ਹਾਲੇ ਤੱਕ ਪੁਲਿਸ ਨੂੰ ਦੇ ਰਿਹਾ ਹੈ। ਨਾ ਜੀ ਮੁਆਵਜ਼ਾ ਤਾਂ ਕੀ ਮਿਲਣਾ ਸੀ। ਮੁਆਵਜ਼ਾ ਤਾਂ ਉਸ ਟਾਈਮ 'ਤੇ ਜੋ ਮੇਰੇ ਭਾਈ ਸਾਹਿਬ ਸੀ ਉਹਨਾਂ ਨੂੰ ਤਾਂ ਦੋਵਾਂ ਨੂੰ ਖਾੜਕੂ ਲਿਖ ਦਿੱਤਾ ਵੀ ਇਹ ਖਾੜਕੂ ਨੇ। ਦੋਵਾਂ ਦੇ ਵੀ ਖਾੜਕੂਆਂ ਦੇ ਪਰਿਵਾਰ ਨੂੰ ਤਾਂ ਕੋਈ ਮੁਆਵਜ਼ਾ ਮਿਲਣਾ ਹੀ ਨਹੀਂ ਚਾਹੀਦਾ। ਤੇ ਅੱਜ ਤੱਕ ਗਲਤੀ ਉਹਨਾਂ ਮੰਨੀ ਨਹੀਂ। ਉਹ ਤਾਂ ਆਂਦੇ ਨੇ ਉਹ ਤਾਂ ਗਲਤੀ ਸਗੋਂ ਸਾਡੀ ਕੱਢਦੇ ਆਉਂਦੇ, ਸਾਡੇ ਸਗੋਂ ਤਾਂ ਪੁਲਿਸ ਮੁਲਾਜ਼ਮ ਮਰਵਾਏ ਨੇ। ਅੱਜ ਤੱਕ ਉਹ ਜਿਹੜੀ ਉਹ ਸਾਨੂੰ ਗਲਤ ਭਾਸ਼ਾ ਨਾਲ ਗੱਲ ਕਰਦੇ ਸਾਡੇ ਨਾਲ। ਸਾਡੇ ਨਾਲ ਅੱਜ ਵੀ ਪੁਲਿਸ ਦਾ ਵਿਹਾਰ ਇਹੋ ਹੀ ਹੈ, ਕਿਸੇ ਨਾ ਕਿਸੇ ਤੋਂ ਝੂਠੀ ਦਰਖਾਸਤ ਦਵਾ ਦਿੰਦੇ ਨੇ। ਝੂਠੀ ਦਰਖਾਸਤ ਦਵਾ ਕੇ ਤੇ ਉਹ ਸਾਨੂੰ ਇੰਨਾ ਪਰੇਸ਼ਾਨ ਕਰਦੇ ਤੇ ਇੰਨਾ ਥਾਣੇ ਦੇ ਵਿੱਚ ਵੀ ਸੱਦ ਕੇ ਜਲੀਲ ਕਰਦੇ ਨੇ। ਇੰਨੀ ਗਲਤ ਭਾਸ਼ਾ ਨਾਲ ਸਾਡੇ ਨਾਲ ਗੱਲ ਕਰਦੇ ਨੇ। ਅੱਜ ਜੋ ਕਿ ਵਿਹਾਰ ਉਸ ਟਾਈਮ 'ਤੇ 91 ਦੇ ਵਿੱਚ ਸਾਡੇ ਨਾਲ ਵਿਹਾਰ ਕਰਦੇ ਸੀ, ਉਹੋ ਹੀ ਭਾਸ਼ਾ ਨਾਲ ਸਾਡੇ ਨਾਲ ਅੱਜ ਵੀ ਗੱਲ ਕਰਦੇ ਨੇ। ਥੋੜ੍ਹੇ ਸਮੇਂ ਦੀ ਗੱਲ ਹੈ ਵੀ ਇੱਥੇ ਪੁਲਿਸ ਆਈ ਹੈ ਤੇ ਜਬਰੀ ਕੋਈ ਰਸਤੇ ਦਾ ਰੌਲਾ ਸੀ ਤੇ ਜਬਰੀ ਰਸਤਾ ਪਾਉਣਾ ਚਾਹੁੰਦੇ ਸੀ, ਜੋ ਕਿ ਮੇਰਾ ਬੇਟਾ ਵੀਡੀਓ ਬਣਾਉਣ ਲੱਗਾ ਤੇ ਬੇਟੇ ਦੇ ਗਲ ਪਏ ਨੇ 5-6 ਜਣੇ ਪੁਲਿਸ ਵਾਲੇ। ਤੇ ਬਹੁਤ ਗਲਤ ਭਾਸ਼ਾ ਨਾਲ ਆਉਂਦੇ ਸੀ। ਸਗੋਂ ਸਾਨੂੰ ਉਲਟਾ ਆਉਂਦੇ ਨੇ ਵੀ ਤੁਹਾਡੇ 'ਤੇ ਅਸੀਂ ਪਰਚਾ ਕਰ ਦਿਆਂਗੇ। ਕਦੇ ਸਾਨੂੰ ਧਮਕੀਆਂ ਦਿੰਦੇ ਨੇ ਵੀ ਅਸੀਂ ਨਜਾਇਜ਼ ਕਦੇ ਕੋਈ ਨਸ਼ੇ ਦਾ ਬਣਾ ਦਿੰਦੇ ਨੇ, ਕੋਈ ਦਰਖਾਸਤਾਂ ਕਿਸੇ ਨਾ ਕਿਸੇ ਤੋਂ ਦਵਾ ਕੇ ਤੇ ਉਹ ਸਾਡੇ 'ਤੇ ਕਦੇ ਤਾਂ ਬਣਾ ਦਿੰਦੇ ਵੀ ਇਹ ਨਸ਼ਾ ਵੇਚਦੇ ਨੇ, ਕਦੇ ਬਣਾ ਦਿੰਦੇ ਨੇ ਵੀ ਆਣ ਕੇ ਕੋਈ ਨਾ ਕੋਈ ਕਿਸੇ ਨਾ ਕਿਸੇ ਗੱਲ ਦਾ ਬਹਾਨਾ ਬਣਾ ਕੇ ਸਾਨੂੰ ਅੱਜ ਵੀ ਜਲੀਲ ਉਵੇਂ ਹੀ ਕੀਤਾ ਜਾਂਦਾ। ਜੇ ਕੋਈ ਸਾਡੀ ਕੀ ਗਲਤੀ ਹੈ ਇਸ ਗੱਲ ਦੇ ਵਿੱਚ, ਜੋ ਕਿ ਹਰ ਇੱਕ ਗੱਲ ਦੇ ਵਿੱਚ ਜਦੋਂ ਇਨਕੁਆਇਰੀ ਚੱਲਦੀ ਹੈ ਜਾਂ ਕੁਛ ਵੀ ਇਹ ਝੂਠੇ ਸਾਬਤ ਹੁੰਦੀਆਂ, ਝੂਠੀਆਂ ਦਰਖਾਸਤਾਂ ਦਵਾ ਕੇ ਸਾਡੇ ਨਾਲ ਸਾਨੂੰ ਤੰਗ ਪਰੇਸ਼ਾਨ ਅੱਜ ਵੀ ਥਾਣਿਆਂ ਦੇ ਵਿੱਚ ਕੀਤਾ ਜਾਂਦਾ। ਇਹ 7/10/91 ਕਾਂਡ ਹੋਇਆ ਘਰ ਦੇ ਵਿੱਚ। ਤੇ ਜਿਹੜੀ ਪਹਿਲਾਂ ਸਾਡੀ ਰਿਸ਼ਤੇਦਾਰ ਸੀ ਉਹਨਾਂ ਨਾਲ ਗਈ ਸੀਗੀ। ਬਹੁਤ ਤਸੀਹੇ ਦੇ ਕੇ ਜੀ ਨਜਾਇਜ਼ ਬਿਲਕੁਲ ਮਾਰ ਦਿੱਤੇ ਆ। ਤੇ ਲੁੱਕ ਪਾ ਕੇ ਵੀ ਕੱਦੂ ਕਸ਼ ਕਰਕੇ ਬੜਾ ਕੁਛ ਕੀਤਾ। ਇੱਥੇ ਧਰੇਕ ਸੀ ਨਾਲ ਇੱਥੇ ਜਿਹੜੀ ਬਾਅਦ ਵਿੱਚ ਪਟਾਈ ਗਈ ਹੈ, ਜਿਹਦੇ ਨਾਲ ਫਾਹ ਦੇ ਕੇ ਮਾਰਦੇ ਰਹੇ, ਕਰਦੇ ਰਹੇ, ਕੁੱਟਮਾਰ ਕਰਦੇ ਰਹੇ। ਬਹੁਤ ਨਜਾਇਜ਼ ਕੀਤਾ ਜੀ।
ਉਦੋਂ ਬਾਅਦ ਦੇ ਵਿੱਚ 2 ਸਾਲ ਸ਼ਾਦੀ ਬਾਅਦ ਚ ਵੀ ਪੁਲਿਸ ਅਜੇ ਤੱਕ ਸਾਨੂੰ ਵਿੱਚ ਤੰਗ ਪਰੇਸ਼ਾਨੀ ਤੇ ਚੱਲਦੀ ਪਈ ਹੈ। ਆਹ ਘਰ ਏ, ਇਸ ਘਰ ਦੇ ਵਿੱਚ ਹੀ ਖਾੜਕੂ ਸੀ ਬੈਠੇ ਹੋਏ, ਤੇ ਇਸ ਘਰ ਦੇ ਵਿੱਚੋਂ ਜੋ ਖਾੜਕੂ ਤੋਂ ਮੁੜ ਕੇ ਭੱਜ ਗਏ, ਫਿਰ ਪਰਿਵਾਰ ਤੇ ਅਤਿਆਚਾਰ ਫਿਰ ਇੱਥੇ ਲੁੱਕ ਤੱਤੀ ਕੀਤੀ ਏ। ਇੱਥੇ ਹੀ ਫਿਰ ਉਹਨਾਂ ਨੇ ਕੱਦੂਕਸ਼ ਪਰਿਵਾਰ ਦੇ ਚਿਹਰਿਆਂ ਤੇ ਫਿਰ ਬਾਹਾਂ ਤੇ ਇੱਥੇ ਹੀ ਇਸ ਘਰ ਦੇ ਵਿੱਚ ਹੀ ਫਿਰ ਉਹਨਾਂ ਨੇ ਜੋ ਵੀ ਅਤਿਆਚਾਰ, ਮੇਰੀ ਮਾਤਾ ਨੂੰ ਵੀ ਫਿਰ ਇਸੇ ਘਰ ਦੇ ਵਿੱਚ ਇੱਥੇ ਹੀ 7 ਜੀਆਂ ਨੂੰ ਲਿਆ ਕੇ ਇਸ ਘਰ ਦੇ ਵਿੱਚ ਹੀ ਗੋਲੀ ਮਾਰੀ ਏ। ਲੁੱਕ ਤੱਤੀ ਕਰਕੇ, ਤੇਲ ਗਰਮ ਕਰਕੇ ਇਸ ਘਰ ਦੇ ਵਿੱਚ ਹੀ ਸਾਰਾ ਅਤਿਆਚਾਰ ਕੀਤਾ। ਇਸ ਜਗ੍ਹਾ ਤੇ ਫਿਰ ਸਾਰੇ ਪਰਿਵਾਰ ਨੂੰ ਇਕੱਠਿਆਂ ਕਰਕੇ ਗੋਲੀ ਮਾਰੀ। ਇਹ ਅਸੀਂ ਘਰ ਰੱਖਿਆ ਹੋਇਆ ਵੀ ਚਲੋ ਇਹ ਮੂੰਹ ਬੋਲਦੀ ਤਸਵੀਰ ਹੈ ਇੱਕ, ਜਿਹੜੇ ਕੋਈ ਭੈਣ ਭਰਾ ਆਉਂਦੇ ਨੇ ਉਹ ਵੇਖਦੇ ਨੇ ਵੀ ਇੱਥੇ ਵੀ ਇੰਨਾ ਅਤਿਆਚਾਰ, ਇੱਥੇ ਉਸ ਵੇਲੇ ਦੀ ਸਰਕਾਰ ਨੇ ਇੰਨਾ ਅਤਿਆਚਾਰ ਕੀਤਾ ਹੋਇਆ, ਇਹ ਤਾਂ ਨਹੀਂ ਉਹ ਨਹੀਂ ਢਾਇਆ। ਆ ਪਿੱਛੇ ਕਮਰੇ ਨੇ ਜਿਹੜੇ, ਇਹਨਾਂ ਦੇ ਵਿੱਚ ਹੀ ਇਹਨਾਂ ਦੀਆਂ ਛੱਤਾਂ ਤੇ ਬੰਬ ਸੁੱਟੇ ਨੇ, ਇੱਥੇ ਹੀ ਫਿਰ ਗੋਲੀਆਂ ਮਾਰਦੇ ਰਹੇ ਇਹਨਾਂ ਕਮਰਿਆਂ ਦੇ ਵਿੱਚ ਹੀ। ਜੋ ਖਾੜਕੂ ਤਾਂ ਭੱਜ ਗਏ ਸੀ, ਵੀ ਖਾੜਕੂ ਤਾਂ ਫਿਰ ਮੇਰੇ ਭਰਾਵਾਂ ਨੂੰ, ਉਹ ਜਿਹੜਾ ਖਾੜਕੂ ਬਾਹਰ ਮਾਰਿਆ ਗਿਆ ਸੀ, ਉਸ ਖਾੜਕੂ ਨੂੰ ਵੀ ਘਰ ਲਿਆ ਕੇ ਫਿਰ ਉਹਨਾਂ ਨੇ ਸ਼ੋਅ ਤਾਂ ਇਹ ਕੀਤਾ ਵੀ ਖਾੜਕੂ ਵੀ ਉਹ ਵੀ ਘਰੇ ਮਾਰਿਆ ਗਿਆ, ਜੋ ਮਰਿਆ ਬਾਹਰ ਸੀ। ਤੇ ਜਿਹੜੇ ਮੇਰੇ ਭਾਈ ਸਾਹਿਬ ਸੀ, ਉਹਨਾਂ ਦਾ ਖਾੜਕੂਆਂ ਨਾਲ ਚਲੋ ਨਹੀਂ ਸੀ, ਪ੍ਰਸ਼ਾਦਾ ਪਾਣੀ ਤਾਂ ਅਸੀਂ ਛਕਾਉਂਦੇ ਸੀ, ਤੇ ਖਾੜਕੂਆਂ ਨਾਲ ਕੋਈ ਸੰਬੰਧ ਤਾਂ ਇਹ ਨਹੀਂ ਸੀ ਵੀ ਤੁਰੇ ਨਹੀਂ ਸੀ ਖਾੜਕੂਆਂ ਦੇ ਨਾਲ। ਤੇ ਉਹਨਾਂ ਨੇ ਫਿਰ ਮੇਰੇ ਦੋਵੇਂ ਜਿਹੜੇ ਭਾਈ ਸਾਹਿਬ ਸੀ, ਉਹੀ ਦੋਵੇਂ ਖਾੜਕੂ ਬਣਾ ਦਿੱਤੇ। DSP ਦੇਵਰਾਜ ਸ਼ਰਮਾ ਸੀ ਜੀ, ਉਹਨਾਂ ਨੂੰ ਮੈਂ ਪੁੱਛਿਆ ਵੀ, ਮੈਂ ਕਿਹਾ ਵੀ 3:35 'ਤੇ ਤਾਂ ਬੱਚੇ ਨੂੰ ਛੁੱਟੀ ਹੋਈ ਤੇ ਉਹ ਸਟੂਡੈਂਟਸ ਸੀ, ਆ ਮੇਰੇ ਰਜਿਸਟਰ ਸਾਰੇ ਦੱਸੀ ਜਾਂਦੇ ਆ ਵੀ ਇਹ ਸਟੂਡੈਂਟ ਹੈ, ਤੇ ਐਡੀ ਛੇਤੀ ਇਹ ਉਗਰਵਾਦੀ ਕਿਵੇਂ ਬਣ ਗਿਆ? ਤੁਸੀਂ ਇਹ 'ਤੇ 9 mm ਦਾ ਰਿਵਾਲਵਰ ਵੀ ਫਿੱਟ ਕਰ ਦਿੱਤਾ ਵੀ ਇਹਦੇ ਕੋਲ 9 mm ਦਾ ਰਿਵਾਲਵਰ ਸੀਗਾ। ਉਹ ਕਹਿੰਦੇ ਵੀ ਜਿਹੜੀ ਪੁਲਿਸ ਹੈ ਨਾ, ਪੁਲਿਸ ਦੇ ਜਿਹੜੀ ਹੱਥ ਬਹੁਤ ਮਜ਼ਬੂਤ ਹੈ, ਤੁਸੀਂ ਇਸ ਚੀਜ਼ 'ਚੋਂ ਕੀ ਲੈਣਾ? ਤੁਸੀਂ ਇਸ ਗੱਲ ਦੇ ਵਿੱਚ ਦਖਲ ਨਾ ਦਿਓ ਸਾਡੇ 'ਚ, ਸਾਨੂੰ ਜਿਹੜੀ ਅਸੀਂ ਕਾਰਵਾਈ ਕਰ ਰਹੇ ਹਾਂ ਸਾਨੂੰ ਕਾਰਵਾਈ ਕਰਨ ਦਿਓ। ਜਿਹੜੀ ਕਾਰਵਾਈ ਅਸੀਂ ਕਰ ਰਹੇ ਹਾਂ ਤੁਹਾਡੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ, ਸਮਝਣਾ, ਤੁਹਾਡੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ। ਮੈਂ ਕਿਹਾ ਚਲੋ ਜਿੰਨਾ ਚਿਰ ਚੱਲਣਗੀਆਂ ਉਹਨਾਂ ਚਿਰ ਚਲਾਵਾਂਗੇ, ਜੋ ਬਾਅਦ 'ਚ ਫਿਰ ਦੇਊਗਾ ਦੇਖੀ ਜਾਊਗਾ। ਇਹ ਜਦੋਂ ਇੱਥੇ ਇਹਨਾਂ ਨੇ ਮੀਟਿੰਗ ਕੀਤੀ, ਮੈਂ ਉਹਦੇ ਵਿੱਚ ਸਾਫ਼ ਤੌਰ 'ਤੇ ਕਿਹਾ ਸੀਗਾ। ਬੱਚਾ 10ਵੀਂ ਜਮਾਤ 'ਚ ਪੜ੍ਹਦਾ ਸੀ, ਨਾਂ ਉਹਦਾ ਸੀ ਜੀ ਰਾਜਵਿੰਦਰ ਸਿੰਘ। ਮੈਂ 10ਵੀਂ ਜਮਾਤ ਦਾ ਇੰਚਾਰਜ ਸੀਗਾ ਜੀ, ਹਾਜ਼ਰੀ ਮੇਰੇ ਕੋਲ ਸੀ। ਬਹੁਤ ਹੀ ਵਧੀਆ ਸਟੂਡੈਂਟ ਸੀਗਾ, ਇੱਥੋਂ ਤੱਕ ਕਿ ਸਾਨੂੰ ਉਮੀਦ ਸੀ ਕਿ ਬੱਚਾ ਮੈਰਿਟ 'ਚ ਆਏਗਾ, ਕਿਉਂਕਿ ਆਲਰੇਡੀ ਉਹ ਸਕਾਲਰਸ਼ਿਪ ਤਾਂ ਲੈ ਹੀ ਰਿਹਾ ਸੀਗਾ। ਨਰਦੋਸ਼ੀ ਮਾਰਤੇ ਦੋਨੇ ਮਾਰਤੇ ਜੀ। ਇਸ ਖਿੱਤੇ ਦੇ ਵਿੱਚ, ਭਾਰਤ ਦੇ ਵਿੱਚ ਜਿਹੜਾ ਕਾਨੂੰਨ ਹੈ ਉਹ ਭਾਵੇਂ ਭਾਰਤੀ ਸੰਵਿਧਾਨ ਦੇ ਮੁਤਾਬਕ ਰੂਲ ਆਫ ਲਾਅ ਆ, ਇਕੁਆਲਿਟੀ ਬਿਫੋਰ ਲਾਅ ਆ, ਪਰ ਅਜਿਹੇ ਕਾਂਡਾਂ ਨੂੰ ਦੇਖਣ ਤੋਂ ਬਾਅਦ, ਸੁਣਨ ਤੋਂ ਬਾਅਦ ਇਹ ਗੱਲਾਂ ਸਾਹਮਣੇ ਆਉਂਦੀਆਂ ਵੀ ਇੱਥੇ ਦੋਹਰੇ ਮਾਪਦੰਡ ਨੇ ਕਾਨੂੰਨ ਦੇ। ਇੱਕ ਪਾਸੇ ਜਿੱਥੇ ਸੁਪਰੀਮ ਕੋਰਟ, ਹਾਈ ਕੋਰਟਾਂ ਇਹ ਇੱਕ ਨਿੱਕੀ ਗੱਲ ਦੇ ਉੱਤੇ ਸੂਓ ਮੋਟੋ ਨੋਟਿਸ ਲੈਂਦੀਆਂ, ਤੇ ਪਰ ਅਜਿਹੀਆਂ ਸੈਂਕੜੇ ਘਟਨਾਵਾਂ ਪਈਆਂ ਨੇ ਪੰਜਾਬ ਦੇ ਵਿੱਚ 90ਵਿਆਂ ਦੇ ਕਾਂਡ ਦੇ ਸਮੇਂ ਦੇ ਵਿੱਚ, ਜਿਹੜੇ ਪੰਜਾਬ ਪੁਲਿਸ ਨੇ ਅਜਿਹੇ ਵਲਤਾਰੇ ਦਰਿੰਦਗੀ ਦੇ ਜਿਹੜੇ ਵਲਤਾਏ ਤੇ ਇੰਨੀ ਬੇਰਹਿਮੀ ਤੇ ਦਰਿੰਦਗੀ ਦੇ ਨਾਲ ਜਿਹੜਾ ਉਹ ਕਤਲੇਆਮ ਕੀਤਾ। ਸੋ ਇਹ ਇੱਕ ਇੱਥੋਂ ਦੇ ਸਿਸਟਮ, ਭਾਰਤੀ ਅਦਾਲਤੀ ਤੇ ਨਿਆਇਕ ਸਿਸਟਮ ਦੇ ਉੱਤੇ ਇੱਕ ਇਹੋ ਜਿਹੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚ ਪੁਲਿਸ ਅਫਸਰਾਂ ਨੂੰ ਨਾ ਤਾਂ ਕੋਈ ਨਾਮਜ਼ਦ ਕੀਤਾ ਗਿਆ, ਨਾ ਦੋਸ਼ੀ ਠਹਿਰਾਇਆ ਗਿਆ, ਨਾ ਸਜ਼ਾਵਾਂ ਦਵਾਈਆਂ ਗਈਆਂ, ਨਾ ਉੱਧਰ ਨੂੰ ਕੋਈ ਇਨਵੈਸਟੀਗੇਸ਼ਨ ਕੀਤੀ ਗਈ। ਸੋ ਇਹ ਘਟਨਾਵਾਂ ਭਾਰਤੀ ਕਾਨੂੰਨ ਰਾਜ ਦੇ ਉੱਤੇ, ਭਾਰਤੀ ਸੰਵਿਧਾਨ ਜਿਹਦੇ 'ਚ ਲਿਖਿਆ ਹੋਇਆ ਇਕੁਆਲਿਟੀ ਬਿਫੋਰ ਲਾਅ ਆ, ਤੇ ਨਿਆਇਕ ਸਿਸਟਮ ਦੇ ਜਿਹੜੇ ਆ ਉਹ ਇੱਕ ਕਾਲਾ ਧੱਬਾ ਸੀ, ਹੈ ਤੇ ਰਹਿਣਗੀਆਂ। ਉਸ ਟਾਈਮ ਤੇ ਜਸਵੰਤ ਸਿੰਘ ਖਾਲੜਾ ਨੇ ਮੰਗ ਕੀਤੀ ਸੀ ਉਹਨਾਂ ਦੇ ਕੇਸ ਚਾਲੂ ਕਰਨ ਦੀ, ਤੇ ਉਹਨਾਂ ਨੇ ਕਿਸੇ ਕਿਸਮ ਦਾ ਕੋਈ ਕੇਸ ਨਹੀਂ, ਕੋਈ ਕੁਛ ਨਹੀਂ। ਸਾਡੇ ਪਰਿਵਾਰ ਦੇ ਮੇਰਾ ਬਾਪ ਜਿਹੜਾ ਦਲਬੀਰ ਸਿੰਘ, ਇਹ ਖੇਤੀਬਾੜੀ ਕਰਦਾ ਸੀ, ਅਨਪੜ੍ਹ ਹੈਗਾ ਸੀ, ਤੇ ਮੈਂ ਨਹੀਂ ਸੀ ਕਿਤੇ, ਤੇ ਨਾ ਮੇਰਾ ਕਿਤੇ ਦਾਦਾ ਹੀ ਜਾਣ ਜੋਗਾ ਸੀ। ਅਸੀਂ ਨਹੀਂ ਗਾ ਵੀ ਕੋਈ ਕਾਰਵਾਈ ਜੇ ਸਾਡੇ 'ਚੋਂ ਨਾ ਕਿਸੇ ਨੇ ਕੀਤੀ, ਤੇ ਨਾ ਕਿਸੇ ਨੇ ਕੋਈ, ਕਿਸੇ ਪਾਰਟੀ ਨੇ, ਨਾ ਕਿਸੇ ਨੇ ਵੀ ਨਹੀਂ ਸਾਡੀ ਸੁਣੀ ਨਹੀਂ ਗੀ।